ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਦੂਜੀ ਬੋ ਲਖ ਹੋਵੈ, ਲਖ ਹੋਵੈ ਲਖ ਵੀਸ। ਲਖ ਲਖ ਗੇੜਾ ਆਖੀਐ ਹੈ, ਏਕ ਨਾਮ ਜਗਦੀਸ਼। ਇੱਕ ਦੂਜੀ ਬੋ ਲਖ ਹੋਵੈ, ਲਖ ਹੋਵੈ ਲਖ ਵੀਸ। ਲਖ ਲਖ ਗੇੜਾ ਆਖੀਐ ਹੈ, ਏਕ ਨਾਮ ਜਗਦੀਸ਼। ਏਤ ਰਾਹ ਪਤ ਪਵੜੀਆ, ਚੜ੍ਹਿਐ ਹੋਏ 21। ਸੁਣ ਗੱਲਾਂ ਆਕਾਸ ਕੀ, ਕੀਤਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਇੱਕ ਦੂਜੀ ਬੋ ਲਖ ਹੋਵੈ, ਲਖ ਹੋਵੈ ਲਖ ਵੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਗੁਰ ਸੰਗਤ ਅਤੇ ਗੁਰਬਾਣੀ ਦੇ ਨਾਲ ਜੁੜ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ ਮਿਲ ਜਾਂਦਾ। ਸਤਿਗੁਰੂ ਦੇ ਬਚਨ ਹਨ, ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਭ੍ਰਮ ਚੋਟਾਂ ਖਾਵੈ ਹੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰੂ ਦੀ ਸੰਗਤ ਇੱਕ ਕਿਲਾ ਹੈ, ਸਤਿਗੁਰੂ ਦੀ ਪਵਿੱਤਰ ਬਾਣੀ ਇੱਕ ਹਥਿਆਰ ਹੈ। ਜਿਵੇਂ ਕੋਈ ਆਦਮੀ ਕਿਲੇ ਵਿੱਚ ਰਹਿਣ ਲੱਗ ਪਵੇ, ਉਹਨੂੰ ਦੁਸ਼ਮਣ ਦਾ ਡਰ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰ ਸੰਗਤ ਵਿੱਚ ਆ ਜਾਂਦਾ ਹੈ, ਗੁਰੂ ਦੀ ਕਿਰਪਾ ਦੁਆਰਾ ਉਹ ਜੋ ਸਾਡੇ ਬਹਿਰੂਨੀ ਤੇ ਅੰਦਰੂਨੀ ਦੁਸ਼ਮਣ ਹਨ, ਉਹਨਾਂ ਦੋਹਾਂ ਤੋਂ ਸੁਰੱਖਿਅਤ ਹੋ ਜਾਂਦਾ ਹੈ। ਜਿਹੜਾ ਗੁਰਸਿੱਖ ਗੁਰ ਸੰਗਤ ਵਿੱਚ ਆ ਜਾਵੇ, ਸਤਿਗੁਰੂ ਉਸ ਨੂੰ ਬਾਣੀ ਦਾ ਹਥਿਆਰ ਵੀ ਬਖਸ਼ਿਸ਼ ਕਰਦੇ ਹਨ। ਕਿਉਂਕਿ ਇੱਕ ਹਥਿਆਰ ਉਹ ਹੈ ਜਿਸ ਦੇ ਨਾਲ ਸੂਰਮੇ ਲੜਦੇ ਹਨ। ਗੁਰਬਾਣੀ ਵੀ ਇੱਕ ਹਥਿਆਰ ਹੈ ਜਿਸ ਦੇ ਨਾਲ ਅੰਦਰਲੇ ਦੁਸ਼ਮਣਾਂ ਦੇ ਨਾਲ ਲੜਿਆ ਜਾਂਦਾ ਹੈ। ਜਿਹੜਾ ਗੁਰਸਿੱਖ ਮਾਈ ਭਾਈ ਗੁਰ ਸੰਗਤ ਵਿੱਚ ਆ ਜਾਵੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਨੂੰ ਬਾਣੀ ਦਾ ਹਥਿਆਰ, ਬਾਣੀ ਦਾ ਸ਼ਸਤਰ ਪਕੜਾ ਦਿੰਦੇ ਹਨ। ਯਾਦ ਰੱਖੋ, ਜਿਹੜਾ ਗੁਰਸਿੱਖ ਮਾਈ ਭਾਈ ਗੁਰ ਸੰਗਤ ਵਿੱਚ ਆਉਂਦਾ ਹੈ, ਅੱਗੋਂ ਪਿੱਛੋਂ ਗੁਰਬਾਣੀ ਤੋਂ ਸੇਧ ਲੈਂਦਾ ਹੈ, ਗੁਰਬਾਣੀ ਦੇ ਹਥਿਆਰ ਨੂੰ ਹਰ ਵੇਲੇ ਆਪਣੇ ਕੋਲ ਰੱਖਦਾ ਹੈ, ਉਹਦੇ ਨੇੜੇ ਕੋਈ ਵੀ ਦੁੱਖ ਦੁਸ਼ਮਣ ਨਹੀਂ ਆ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਗੁਰਸਿੱਖਾਂ ਨੇ ਪੁੱਛਿਆ ਸੀ
ਕਲਯੁਗ ਦਾ ਸਮਾਂ ਬਹੁਤ ਭਿਆਨਕ ਹੈ। ਸਿੱਖ ਧਰਮ ਦੇ ਦੁਸ਼ਮਣ ਬਹੁਤੇ ਨੇ। ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣਿਆ ਹੋਇਆ ਹੈ। ਇਸ ਤੋਂ ਕਿਵੇਂ ਬਚਾਅ ਹੋ ਸਕਦਾ ਹੈ? ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਦਾ ਜਵਾਬ ਇਹੀ ਦਿੱਤਾ ਸੀ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਕਾਈ। ਬਈ ਇੱਕ ਗੁਰ ਸੰਗਤ ਹੈ, ਦੂਸਰੀ ਸਤਿਗੁਰੂ ਦੀ ਬਾਣੀ ਹੈ। ਸੰਗਤ ਕਿਲਾ ਹੈ, ਬਾਣੀ ਇੱਕ ਹਥਿਆਰ ਹੈ। ਜੇ ਸੂਰਮੇ ਦੇ ਕੋਲ ਆਪਣੀ ਰੱਖਿਆ ਦੇ ਲਈ ਕਿਲਾ ਹੋਵੇ, ਦੁਸ਼ਮਣ ਦੇ ਨਾਲ ਲੜਨ ਵਾਸਤੇ ਵਧੀਆ ਹਥਿਆਰ ਹੋਵੇ, ਉਹ ਕਦੇ ਵੀ ਹਾਰਦਾ ਨਹੀਂ ਹੈ। ਇਸੇ ਤਰ੍ਹਾਂ ਇਸ ਕਲਯੁਗ ਦੇ ਅੰਦਰ ਜਦੋਂ ਗੁਰਸਿੱਖ ਗੁਰੂ ਦੀ ਸੰਗਤ ਵਿੱਚ ਆਉਂਦਾ ਰਹਿੰਦਾ ਹੈ, ਗੁਰਬਾਣੀ ਦੀ ਓਟ ਗ੍ਰਹਿਣ ਕਰ ਲੈਂਦਾ ਹੈ, ਉਹਨੂੰ ਕਿਸੇ ਵੀ ਸਿੱਖੀ ਦੇ ਦੁਸ਼ਮਣ ਦਾ ਡਰ ਪੈ ਨਹੀਂ ਰਹਿ ਜਾਂਦਾ। ਹਾਂ, ਜਦੋਂ ਗੁਰਸਿੱਖ ਗੁਰਸੰਗਤ ਤੋਂ ਵੀ ਦੂਰ ਚਲਿਆ ਜਾਵੇ ਤੇ ਬਾਣੀ ਦਾ ਹਥਿਆਰ ਵੀ ਛੱਡ ਬੈਠੇ, ਫਿਰ ਕਲਯੁਗ ਆਪਣਾ ਪ੍ਰਭਾਵ ਪਾਉਂਦਾ ਹੀ ਪਾਉਂਦਾ ਹੈ। ਜੇ ਸੂਰਮੇ ਦੇ ਕੋਲ ਕਿਲਾ ਨਾ ਹੋਵੇ, ਸ਼ਸਤਰ ਵੀ ਨਾ ਹੋਵੇ, ਉਹਨੂੰ ਤਾਂ ਦੁਸ਼ਮਣ ਕਿਸੇ ਵੇਲੇ ਵੀ ਘੇਰ ਸਕਦਾ ਹੈ, ਗ੍ਰਿਫਤਾਰ ਕਰ ਸਕਦਾ ਹੈ, ਉਸ ਨੂੰ ਜਾਨੋਂ ਵੀ ਮਾਰ ਸਕਦਾ ਹੈ। ਕਿਲੇ ਤੋਂ ਬਿਨਾਂ, ਸ਼ਸਤਰ ਤੋਂ ਬਿਨਾਂ ਸੂਰਮਾ ਵੀ ਜਿੱਤ ਨਹੀਂ ਹਾਸਲ ਕਰ ਸਕਦਾ। ਇਸ ਲਈ ਸਤਿਗੁਰੂ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤੇ ਹਨ। ਗੁਰ ਸੰਗਤ ਤੇ ਬਾਣੀ ਦੀ ਟੇਕ ਸਾਨੂੰ ਬਖਸ਼ਿਸ਼ ਕੀਤੀ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਗੁਰ ਸੰਗਤ ਤੇ ਬਾਣੀ ਦੀ ਓਟ ਲੈਂਦੇ ਨੇ। ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਸਾਨੂੰ ਇਹੀ ਸਿੱਖਿਆ ਬਖਸ਼ੀ ਹੈ, ਸਾਧੂ ਸੰਗ ਭਜਹੁ ਗੋਪਾਲ। ਇੱਕ ਸਾਧ ਸੰਗਤ ਹੈ, ਦੂਸਰਾ ਵਾਹਿਗੁਰੂ ਦਾ ਸਿਮਰਨ ਹੈ। ਸਾਧੂ ਸੰਗ ਭਜਹੁ ਗੋਪਾਲ, ਆਨ ਸੰਜਮ ਕਿਛ ਨ ਸੂਝੈ, ਇਹ ਜਤਨ ਕਾਟ ਕਲ ਕਾਲ। ਜਿੱਥੇ ਸਾਧ ਸੰਗਤ ਹੈ, ਜਿੱਥੇ ਸਤਿਗੁਰੂ ਦੀ ਬਾਣੀ ਹੈ, ਵਾਹਿਗੁਰੂ ਦਾ ਭਜਨ ਹੈ, ਉੱਥੇ ਹੋਰ ਤਾਂ ਕਿਸੇ ਦੁਸ਼ਮਣ ਨੇ ਨੇੜੇ ਆਉਣਾ ਹੀ ਕੀ ਹੈ। ਸਤਿਗੁਰੂ ਦੇ ਬਚਨ ਨੇ, ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟਹਿ, ਨਿਕਟ ਨਾ ਜਾਈਓ ਦੂਤ। ਉੱਥੇ ਤਾਂ ਧਰਮਰਾਜ ਆਪਣੇ ਜਮਦੂਤਾਂ ਨੂੰ ਵੀ ਨੇੜੇ ਆਉਣ ਤੋਂ ਰੋਕਦਾ ਹੈ, ਜਿੱਥੇ ਗੁਰ ਸੰਗਤ ਤੇ ਬਾਣੀ ਹੁੰਦੀ ਹੈ, ਜਿੱਥੇ ਸਾਧ ਸੰਗਤ ਤੇ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ ਹੈ, ਸਭ ਤੋਂ ਪਹਿਲਾਂ ਗੁਰ ਸੰਗਤ ਤੇ ਬਾਣੀ ਦੀ ਦਾਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਹੀ ਬਖਸ਼ਿਸ਼ ਕੀਤੀ। ਜਦੋਂ ਪਹਿਲੇ ਪਹਿਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਆਰੰਭ ਕੀਤਾ, ਜਿਸ ਨਗਰ ਵਿੱਚ, ਜਿਸ ਪਿੰਡ ਵਿੱਚ, ਜਿਸ ਕਸਬੇ ਦੇ ਵਿੱਚ, ਜੇ ਸ਼ਹਿਰ ਦੇ ਵਿੱਚ ਵੀ ਗਏ, ਉੱਥੇ ਸੰਗਤ ਕਾਇਮ ਕੀਤੀ। ਤੁਸੀਂ ਹੁਣ ਵੀ ਪੰਜਾਬ ਤੋਂ ਬਾਹਰ ਜਾਓ, ਉੱਥੇ ਗੁਰਦੁਆਰਿਆਂ ਦਾ ਨਾਂ ਵੀ ਸੰਗਤ ਹੀ ਰੱਖਿਆ ਹੋਇਆ ਹੈ। ਜਿਵੇਂ ਪਟਨਾ ਸਾਹਿਬ ਦੀ ਧਰਤੀ ਤੇ ਮੈਣੀ ਸੰਗਤ, ਉਹ ਰਾਣੀ ਮੈਣੀ ਦੇ ਨਾਂ ਉੱਤੇ ਗੁਰਦੁਆਰਾ ਬਣਿਆ ਹੋਇਆ ਹੈ। ਕਲਕੱਤੇ ਚਲੇ ਜਾਓ, ਬੜੀ ਸੰਗਤ ਗੁਰਦੁਆਰੇ ਦਾ ਨਾਮ ਹੈ। ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਵੀ ਗਏ, ਉਹਨਾਂ ਨੇ ਸੰਗਤ ਕਾਇਮ ਕੀਤੀ, ਇੱਕ ਕਿਲਾ ਕਾਇਮ ਕੀਤਾ, ਧਰਮ ਦਾ ਕਿਲਾ। ਤੇ ਨਾਲ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਗੁਰਸਿੱਖਾਂ ਨੂੰ ਬਾਣੀ ਦਾ ਹਥਿਆਰ ਵੀ ਬਖਸ਼ਿਆ। ਕਿਉਂਕਿ ਹੁਣ ਜੇ ਕੱਲਾ ਕਿਲਾ ਹੀ ਹੋਵੇ, ਸੂਰਮੇ ਕੋਲੇ ਹਥਿਆਰ ਨਾ ਹੋਵੇ, ਲੜੂਗਾ ਕਿਵੇਂ? ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤਾ ਹੈ। ਇਸੇ ਸ਼ਬਦ ਬਾਣੀ ਦੇ ਹਥਿਆਰ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਸੰਸਾਰ ਤੋਂ ਜਿੱਤ ਪ੍ਰਾਪਤ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ, ਸ਼ਬਦ ਜਿਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ।
ਇਹ ਪੰਕਤੀ ਸ਼ਬਦ ਜਿਤੀ ਸਿੱਧ ਮੰਡਲੀ ਧਿਆਨ ਦੇਣ ਯੋਗ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਸ਼ਬਦ ਬਾਣੀ ਦੀ ਸ਼ਕਤੀ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਧ ਮੰਡਲੀ ਤੇ ਫਤਿਹ ਪ੍ਰਾਪਤ ਕੀਤੀ। ਜਿਹੜੇ ਰਿੱਧੀਆਂ ਸਿੱਧੀਆਂ ਦੇ ਪੁਜਾਰੀ ਸਨ, ਉਹਨਾਂ ਲੋਕਾਂ ਨੂੰ ਨਾਮ ਦੀ ਸ਼ਕਤੀ ਸਭ ਤੋਂ ਵੱਡੀ ਦਰਸਾਈ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸੋਦਰ ਦੀ ਪੌੜੀ ਵੀ ਸਿੱਧਾਂ ਦੇ ਪਰਥਾਏ ਉਚਾਰਨ ਹੋਈ। ਉਸ ਤੋਂ ਬਾਅਦ 4 ਪੌੜੀਆਂ ਮੁੰਦਾ ਸੰਤੋਖ ਤੋਂ ਲੈ ਕੇ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ, ਇਹ 4 ਪੌੜੀਆਂ ਸਿੱਧਾਂ ਦੇ ਪਰਥਾਏ ਹੀ ਸਤਿਗੁਰੂ ਨੇ ਉਚਾਰਨ ਕੀਤੀਆਂ। ਹੁਣ ਇਹ ਸਿੱਧ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ। ਕਹਿਣ ਲੱਗੇ, ਮਹਾਰਾਜ ਅਸੀਂ ਤੇ ਇਹ ਸਮਝਦੇ ਹਾਂ ਯੋਗ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ, ਪਰ ਤੁਹਾਡਾ ਗੁਰਮਤਿ ਸਿਧਾਂਤ ਕੀ ਕਹਿੰਦਾ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਿ ਇਹ ਸਿੱਧ ਲੋਕੋ, ਜਿਹੜਾ ਤੁਹਾਡਾ ਯੋਗ ਹੈ, ਇਹਦੇ ਨਾਲ ਵਕਤੀ ਤੌਰ ਤੇ ਤਾਂ ਮਨੁੱਖ ਨੂੰ ਕੁਝ ਨਾ ਕੁਝ ਸ਼ਾਂਤੀ ਹਾਸਲ ਹੋ ਜਾਂਦੀ ਹੈ, ਕੁਛ ਮਨ ਦੀ ਇਕਾਗਰਤਾ ਹਾਸਲ ਹੋ ਜਾਂਦੀ ਹੈ, ਪਰ ਹਰ ਵੇਲੇ ਮਨ ਕੰਟਰੋਲ ਵਿੱਚ ਨਹੀਂ ਰਹਿ ਸਕਦਾ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਯੋਗੀਆਂ ਨੂੰ ਆਖਿਆ ਸੀ, ਮਨ ਨਿਰਮਲ ਨਹੀਂ ਦਸਵੇਂ ਦੁਆਰ। ਇਹ ਪੰਕਤੀਆਂ ਖਾਸ ਧਿਆਨ ਦੇਣ ਯੋਗ ਹਨ। ਹਜ਼ੂਰ ਨੇ ਇਹਨਾਂ ਯੋਗੀਆਂ ਨੂੰ, ਇਹਨਾਂ ਸਿੱਧਾਂ ਨੂੰ ਆਖਿਆ ਸੀ, ਮਨ ਨਿਰਮਲ ਨਹੀਂ ਦਸਵੇਂ ਦੁਆਰ। ਜੇ ਤੁਸੀਂ ਦਸਵੇਂ ਦੁਆਰ ਦੇ ਵਿੱਚ ਵੀ ਚਲੇ ਗਏ, ਉੱਥੇ ਜਾ ਕੇ ਵੀ ਮਨ ਨਿਰਮਲ ਨਹੀਂ ਹੋਵੇਗਾ। ਜਦੋਂ ਤੁਹਾਡੇ ਸਵਾਸ ਦਸਵੇਂ ਦੁਆਰ ਤੋਂ ਹੇਠਾਂ ਆਉਣਗੇ, ਤੁਹਾਡੀ ਸੁਰਤ ਸਰੀਰ ਤੇ ਸੰਸਾਰ ਦੇ ਨਾਲ ਜੁੜੇਗੀ। ਤੁਹਾਡੇ ਉੱਤੇ ਵਿਕਾਰਾਂ ਦਾ ਅਸਰ ਲਾਜ਼ਮੀ ਹੋਵੇਗਾ। ਤੁਹਾਡੇ ਮਨ ਨੂੰ ਮੈਲ ਲਾਜ਼ਮੀ ਲੱਗੇਗੀ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਪ੍ਰਮ ਪ੍ਰਮ ਆਵੈ ਮੂੜਾ ਵਾਰੋ ਵਾਰ। ਹਜ਼ੂਰ ਕਹਿੰਦੇ ਨੇ, ਜਿਹੜਾ ਮੂਰਖ ਮਨ ਹੈ, ਦਸਵੇਂ ਦੁਆਰ ਦੀ ਪ੍ਰਾਪਤੀ ਕਰਨ ਤੋਂ ਬਾਅਦ ਵੀ ਫਿਰ ਵੀ ਟਿਕਦਾ ਨਹੀਂ ਹੈ, ਪੂਰਨ ਕੰਟਰੋਲ ਵਿੱਚ ਨਹੀਂ ਆਉਂਦਾ। ਕਦੇ ਕਿਸੇ ਪਾਸੇ ਦੌੜਦਾ, ਕਦੇ ਕਿਸੇ ਪਾਸੇ ਜਾਂਦਾ ਹੈ। ਯੋਗੀਆਂ ਦਾ ਮਨ ਵੀ ਸਥਿਰ ਨਹੀਂ ਰਹਿ ਸਕਿਆ। ਇਤਿਹਾਸ ਵਿੱਚ ਇੱਕ ਜ਼ਿਕਰ ਆਉਂਦਾ ਹੈ, ਮਛਿੰਦਰ-ਨਾਥ ਯੋਗੀ ਗੋਰਖਨਾਥ ਦਾ ਵੀ ਗੁਰੂ ਮੰਨਿਆ ਗਿਆ, ਔਰ ਇਹਦੇ ਵਿੱਚ ਇੰਨੀ ਯੋਗ ਸਿੱਧੀ ਸੀ, ਇਹ ਆਪਣੀ ਸ਼ਕਤੀ ਦੇ ਨਾਲ ਕੁਛ ਵੀ ਕਰ ਸਕਦਾ ਸੀ, ਪਰ ਇਹਦਾ ਵੀ ਮਨ ਕਾਬੂ ਵਿੱਚ ਨਹੀਂ ਰਿਹਾ। ਇੱਕ ਦਿਨ ਮਛਿੰਦਰ-ਨਾਥ ਦੇ ਪਾਸ ਕੋਈ ਸੰਸਾਰੀ ਵਿਸ਼ੇ ਸੁਖਾਂ ਦੀਆਂ ਗੱਲਾਂ ਚੱਲ ਪਈਆਂ। ਮਛਿੰਦਰ ਸੋਚਣ ਲੱਗਿਆ ਵੀ ਸਾਰਾ ਸੰਸਾਰ ਹੀ ਵਿਸ਼ੇ ਸੁਖ ਦੇ ਵਿੱਚ ਇੰਨਾ ਮਗਨ ਹੋ ਚੁੱਕਿਆ ਹੈ, ਆਖਰਕਾਰ ਉਹਦੇ ਵਿੱਚ ਵੀ ਤਾਂ ਸੁਖ ਹੋਵੇਗਾ। ਉਹ ਸੁਖ ਕਿਹੋ ਜਿਹਾ ਹੋਵੇਗਾ? ਇੱਕ ਪਾਸੇ ਯੋਗ ਦੇ ਵਿੱਚ ਜੁੜਿਆ ਹੋਇਆ ਯੋਗੀ ਹੈ, ਦੂਜੇ ਪਾਸੇ ਹੁਣ ਦੂਸਰੇ ਵਿਸ਼ਿਆਂ ਦੇ ਸੁੱਖਾਂ ਦੇ ਖਿਆਲ ਆਉਣ ਲੱਗ ਪਏ। ਆਖੀਰ ਮਨ ਵਿੱਚ ਸੋਚਿਆ ਬਈ ਯੋਗ ਦਾ ਤੇ ਆਨੰਦ ਵੇਖ ਹੀ ਲਿਆ ਹੈ, ਹੁਣ ਭੋਗ ਦਾ ਵੀ ਆਨੰਦ ਮਾਣਨਾ ਚਾਹੀਦਾ ਹੈ। ਫਿਰ ਮਨ ਵਿੱਚ ਖਿਆਲ ਆਇਆ, ਮੈਂ ਤੇ ਯੋਗੀ ਹਾਂ, ਯੋਗੀ ਹੀ ਨਹੀਂ ਗੋਰਖਨਾਥ ਦਾ ਗੁਰੂ ਵੀ ਹਾਂ। ਜੇ ਮੈਂ ਕਿਧਰੇ ਜਾ ਕੇ ਐਸੀ ਭੁੱਲ ਕਰ ਬੈਠਾ ਤੇ ਮੇਰੀ ਤੇ ਸਾਰੇ ਧਰਮਾਂ ਦੇ ਵਿੱਚ, ਸਾਰੇ ਭੇਖਾਂ ਦੇ ਅੰਦਰ, ਸਾਰੇ ਸੰਸਾਰ ਦੇ ਵਿੱਚ ਬਦਨਾਮੀ ਹੋ ਜਾਵੇਗੀ। ਫਿਰ ਇਹਨੇ ਇੱਕ ਤਰੀਕਾ ਅਪਣਾਇਆ। ਤਰੀਕਾ ਕੀ ਸੀ? ਇਹਨੇ ਇੱਕ ਸਿੱਧੀ ਪ੍ਰਾਪਤ ਕੀਤੀ, ਪਰ ਕਾਇਆ ਪ੍ਰਵੇਸ਼ ਸਿੱਧੀ। ਇਸ ਦਾ ਮਤਲਬ ਇਹ ਸੀ ਆਪਣੀ ਰੂਹ ਨੂੰ ਆਪਣੇ ਜਿਸਮ ਦੇ ਵਿੱਚੋਂ ਬਾਹਰ ਕੱਢਣਾ,
ਦੂਜੇ ਦੀ ਦੇਹ ਵਿੱਚ ਪ੍ਰਵੇਸ਼ ਕਰ ਜਾਣਾ, ਇਹਨੂੰ ਪਰਕਾਇਆ ਪ੍ਰਵੇਸ਼ ਸਿੱਧੀ ਕਹਿੰਦੇ ਸਨ। ਫਿਰ ਆਪਣੀ ਮਰਜ਼ੀ ਨਾਲ ਆਪਣੀ ਦੇਹ ਵਿੱਚ ਆ ਜਾਣਾ। ਇਹ ਪੁਰਾਣੇ ਸਮੇਂ ਦੇ ਵਿੱਚ ਸਿੱਧੀਆਂ ਇਹਨਾਂ ਯੋਗੀਆਂ ਦੇ ਪਾਸ ਹੋਇਆ ਕਰਦੀਆਂ ਸਨ। ਹੁਣ ਇਸ ਨੇ ਪਰਕਾਇਆ ਪ੍ਰਵੇਸ਼ ਸਿੱਧੀ ਦੁਆਰਾ ਇੱਕ ਸੰਗਲਾਦੀਪ ਦਾ ਰਾਜਾ ਸੀ, ਰਾਜਾ ਅਮਰੂ, ਉਹ ਅਚਾਨਕ ਚੜ੍ਹਾਈ ਕਰ ਗਿਆ। ਮਛਿੰਦਰਨਾਥ ਨੇ ਸੋਚਿਆ ਵੀ ਹੁਣ ਇਹ ਰਾਜਾ ਤੇ ਚੜ੍ਹਾਈ ਕਰ ਹੀ ਗਿਆ ਹੈ, ਇਹਦੀ ਰੂਹ ਤੇ ਪ੍ਰਵਾਜ਼ ਕਰ ਹੀ ਗਈ ਹੈ, ਕਿਉਂ ਨਾ ਮੈਂ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਕਰਾਂ। ਮਛਿੰਦਰਨਾਥ ਯੋਗੀ ਨੇ ਪਰਕਾਇਆ ਪ੍ਰਵੇਸ਼ ਸਿੱਧੀ ਦੀ ਵਰਤੋਂ ਕੀਤੀ। ਆਪਣੇ ਸਰੀਰ ਵਿੱਚੋਂ ਰੂਹ ਕੱਢ ਕੇ ਰਾਜੇ ਦੀ ਮੁਰਦਾ ਦੇਹ ਵਿੱਚ ਪ੍ਰਵੇਸ਼ ਕੀਤਾ ਔਰ ਉੱਥੇ ਜਾ ਕੇ ਜਿਉਂ ਦੁਨੀਆ ਦੇ ਰਾਗ ਰੰਗ ਭੋਗਣ ਲੱਗਿਆ ਤੇ ਬਸ ਉੱਥੇ ਹੀ ਮਸਤ ਹੋ ਗਿਆ। ਇਹਨੂੰ ਸਭ ਕੁਝ ਪਿਛਲਾ ਆਪਣਾ ਭੁੱਲ ਹੀ ਗਿਆ। ਨਾ ਤੇ ਕਿਸੇ ਨੂੰ ਹੁਣ ਪਤਾ ਲੱਗ ਸਕਦਾ ਸੀ, ਕਿਉਂਕਿ ਸਰੀਰ ਦਾ ਹੀ ਪਤਾ ਲੱਗਦਾ ਵੀ ਕਿਹਦਾ ਹੈ, ਰੂਹ ਦਾ ਕੀ ਪਤਾ ਲੱਗਦਾ ਕਿਸ ਦੀ ਹੈ। ਔਰ ਕਹਿੰਦੇ ਨੇ ਹੁਣ ਹੋਰ ਵੀ ਯੋਗੀ ਬੜੇ ਬੜੇ ਸ਼ਕਤੀਆਂ ਵਾਲੇ ਸਨ। ਇੱਕ ਵਾਰ ਆਪਸ ਵਿੱਚ ਯੋਗੀਆਂ ਦੀ ਕੋਈ ਵਿਚਾਰ ਚੱਲ ਰਹੀ ਸੀ, ਇੱਕ ਦੂਸਰੇ ਨੂੰ ਚੰਗਾ ਮਾੜਾ ਕਹਿਣ ਲੱਗ ਪਏ ਤੇ ਕਹਿੰਦੇ ਨੇ ਜਿਹੜੇ ਬਾਲ ਗੁੰਦਾਈ ਦੇ ਟਿੱਲੇ ਵਾਲੇ ਯੋਗੀ ਸਨ, ਉਹਨਾਂ ਨੇ ਗੋਰਖਨਾਥ ਦੇ ਅਵਲੰਬੀਆਂ ਨੂੰ ਇਹ ਉਲਾਮਾ ਦਿੱਤਾ। ਕਹਿਣ ਲੱਗੇ ਤੁਸੀਂ ਵੱਡੇ ਤਿਆਗੀ ਬਣੇ ਫਿਰਦੇ ਹੋ, ਯੋਗੀ ਬਣੇ ਫਿਰਦੇ ਹੋ, ਤੁਹਾਡਾ ਗੁਰੂ ਪਤਾ ਕਿੱਥੇ ਹੈ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ, ਉਹਨਾਂ ਨੇ ਚੋਰੀ ਫੜ ਲਈ। ਔਰ ਜਦੋਂ ਕਹਿੰਦੇ ਗੋਰਖਨਾਥ ਨੇ ਇਹ ਗੱਲ ਸੁਣੀ ਤੇ ਕਹਿਣ ਲੱਗਾ ਸਾਡਾ ਗੁਰੂ ਤੇ ਸੁਮੇਰ ਪਰਬਤ ਤੇ ਸਮਾਧੀ ਲਾ ਕੇ ਬੈਠਾ ਹੈ। ਉਹ ਕਹਿੰਦਾ ਉੱਥੇ ਤੇ ਸਿਰਫ ਉਸਦਾ ਸਰੀਰ ਹੈ, ਪਰ ਉਹਦੀ ਰੂਹ ਨਹੀਂ ਉੱਥੇ ਹਾਜ਼ਰ। ਹੈਰਾਨ ਹੋਏ, ਕਹਿੰਦੇ ਰੂਹ ਕਿੱਥੇ ਹੈ। ਕਹਿੰਦੇ ਉਹਦੀ ਰੂਹ ਤਾਂ ਸੰਗਲਾਦੀਪ ਦੇ ਅੰਦਰ ਅਮਰੂ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਹੋ ਕੇ ਸੰਸਾਰ ਦੇ ਸੁੱਖ ਮੰਨ ਰਹੀ ਹੈ, ਵਿਸ਼ਿਆਂ ਦੇ ਸੁੱਖ ਭੋਗ ਰਹੀ ਹੈ। ਇਹ ਗੱਲ ਸੁਣ ਕੇ ਇਹਨਾਂ ਨੂੰ ਬੜੀ ਸ਼ਰਮ ਆਈ। ਗੋਰਖਨਾਥ ਨੇ ਸੋਚਿਆ ਵੀ ਹੁਣ ਇਹ ਚੋਰੀ ਤਾਂ ਫੜੀ ਗਈ ਹੈ, ਲੋਕਾਂ ਵਿੱਚ ਬਦਨਾਮੀ ਹੋਵੇਗੀ, ਇਸ ਲਈ ਚੰਗੀ ਗੱਲ ਹੈ ਪਹਿਲ ਹੀ ਮੈਂ ਉਸ ਨੂੰ ਵਾਪਸ ਲੈ ਆਵਾਂ। ਜਦੋਂ ਮਛਿੰਦਰਨਾਥ ਨੂੰ ਸੁਨੇਹਾ ਪਹੁੰਚਿਆ ਤਾਂ ਉਸਨੇ ਐਲਾਨੀਆ ਤੌਰ ਤੇ ਉਥੇ ਇੱਕ ਫਰਮਾਨ ਜਾਰੀ ਕਰ ਦਿੱਤਾ, ਕੋਈ ਕੰਨ ਪਾਟਾ ਯੋਗੀ, ਕੋਈ ਕੱਚ ਦੀਆਂ ਮੁੰਦਰਾ ਪਾਉਣ ਵਾਲਾ ਯੋਗੀ ਮੇਰੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਹੁਣ ਉਧਰੋਂ ਬੈਨ ਲੱਗ ਗਿਆ, ਹੁਣ ਕੋਈ ਯੋਗੀ ਜਾ ਵੀ ਨਹੀਂ ਸਕਦਾ, ਹੁਣ ਲਿਆਉਣ ਕਿਵੇਂ। ਆਖਰ ਗੋਰਖਨਾਥ ਨੇ ਆਪਣਾ ਰੂਪ ਵਟਾਇਆ ਅਤੇ ਕਿਸੇ ਤਰੀਕੇ ਨਾਲ ਸੰਗਲਾਦੀਪ ਦੇ ਵਿੱਚ ਪਹੁੰਚ ਗਿਆ। ਹੁਣ ਉੱਥੇ ਜਾ ਕੇ ਹੁਣ ਰਾਜੇ ਦੀ ਸਭਾ ਵਿੱਚ ਕਿਵੇਂ ਪਹੁੰਚੇ। ਉਹਨੇ ਇੱਕ ਐਸੀ ਤਰਕੀਬ ਬਣਾਈ, ਜਿਹੜੇ ਰਾਜੇ ਦੇ ਦਰਬਾਰ ਦੇ ਵਿੱਚ ਗਵਈਏ ਸਨ, ਗਾਉਣ ਵਜਾਉਣ ਦਾ ਕੰਮ ਕਰਦੇ ਸਨ, ਕੋਈ ਕਲਾਕਾਰ ਸਨ, ਉਹਨਾਂ ਦੇ ਨਾਲ ਸੰਪਰਕ ਕੀਤਾ। ਉਹ ਕਹਿਣ ਲੱਗਾ ਵੀ ਮੇਰਾ ਵੀ ਜੀ ਕਰਦਾ ਹੈ ਰਾਜੇ ਦੀ ਸਭਾ ਵਿੱਚ ਮੈਂ ਵੀ ਜਾ ਕੇ ਰਾਗ ਰੰਗ ਦੇਖਾਂ, ਕੋਈ ਮੇਰੇ ਲਈ ਤੁਸੀਂ ਮੇਰੀ ਕੋਈ ਮਦਦ ਕਰ ਸਕਦੇ ਹੋ। ਉਹ ਕਹਿੰਦੇ ਹਾਂ, ਇੱਕ ਸ਼ਰਤ ਹੈ, ਤੂੰ ਕੋਈ ਨਾ ਕੋਈ ਸਾਜ਼ ਵਜਾਉਣਾ ਸਿੱਖ। ਤਾਂ ਕਹਿੰਦੇ ਨੇ 6 ਮਹੀਨੇ ਗੋਰਖਨਾਥ ਨੇ ਤਬਲੇ ਦੀ ਮਿਹਨਤ ਕੀਤੀ, ਜੋੜੀ ਵਜਾਉਣੀ ਸਿੱਖੀ। ਜਦੋਂ ਚੰਗਾ ਮਾਹਰ ਹੋ ਗਿਆ ਤੇ ਜਿਹੜੇ ਗਵਈਏ ਸਨ ਇਸ ਨੂੰ ਨਾਲ ਲੈ ਕੇ ਰਾਜੇ ਦੇ ਦਰਬਾਰ ਵਿੱਚ ਪਹੁੰਚ ਗਏ ਤੇ ਰਾਜਾ ਉਧਰੋਂ ਰਾਗ ਦੀ ਮਸਤੀ ਵਿੱਚ ਝੂਮ ਰਿਹਾ ਸੀ ਤੇ ਉਧਰੋਂ ਗੋਰਖਨਾਥ ਨੇ ਤਾਲ ਪੂਰਿਆ ਤੇ ਕਹਿ ਦਿੱਤਾ, ਸੁਣਮਾ ਸ਼ਿੰਦਰਾ ਗੋਰਖ ਆਏ। ਜਦੋਂ ਇੰਨੀ ਗੱਲ ਆਖੀ ਤਾਂ ਉਸੇ ਵੇਲੇ ਇੱਕਦਮ ਸਭਾ ਦੇ ਵਿੱਚ ਸਨਾਟਾ ਛਾ ਗਿਆ ਵੀ ਗੱਲ ਕੀ ਹੋਈ। ਸਭਾ ਬਰਖਾਸਤ ਹੋ ਗਈ ਤੇ ਗੋਰਖਨਾਥ ਨੇ ਮਛਿੰਦਰਨਾਥ ਦੀ ਰੂਹ ਨਾਲ ਕੁਝ ਗੱਲਾਂ ਕੀਤੀਆਂ। ਕਹਿਣ ਲੱਗਾ, ਦੇਖੋ ਤੁਸੀਂ ਏਡੇ ਵੱਡੇ ਯੋਗੀ ਹੋ ਕੇ ਤੁਸੀਂ ਭੋਗੀ ਬਣ ਬੈਠੇ ਹੋ, ਇਹ ਤੁਹਾਡੇ ਲਈ ਚੰਗੀ ਗੱਲ ਨਹੀਂ। ਅੱਗੋਂ ਕਹਿਣ ਲੱਗਾ, ਗੋਰਖਨਾਥ ਤੂੰ ਮੇਰਾ ਚੇਲਾ ਹੈ, ਤੂੰ ਮੈਨੂੰ ਕੁਝ ਨਹੀਂ ਕਹਿ ਸਕਦਾ, ਤੂੰ ਜਿੱਥੋਂ ਆਇਆ ਵਾਪਸ ਚਲਿਆ ਜਾ, ਮੈਂ ਤੇਰੀ ਕੋਈ ਗੱਲ ਸੁਣਨ ਵਾਸਤੇ ਤਿਆਰ ਨਹੀਂ। ਕਿਉਂਕਿ ਜਦੋਂ ਮਨ ਬੁਰੇ ਪਾਸੇ ਲੱਗਿਆ ਹੋਵੇ ਤੇ ਉਸ ਨੂੰ ਰੋਕਣਾ ਬੜਾ ਔਖਾ ਹੁੰਦਾ ਹੈ।
ਬਾਬਾ ਫਰੀਦ ਜੀ ਨੇ ਐਵੇਂ ਨਹੀਂ ਕਹਿ ਦਿੱਤਾ, ਫਰੀਦਾ ਕੂ ਕਹਿੰਦਿਆਂ ਚਾ ਗੇਂਦਿਆਂ ਮਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੈ ਚਿਤ। ਜਿਸ ਨੂੰ ਸ਼ੈਤਾਨ ਨੇ ਪ੍ਰੇਰਿਆ ਹੋਵੇ, ਬਦੀ ਨੇ ਜਿਸ ਨੂੰ ਘੇਰਿਆ ਹੋਵੇ, ਉਸ ਨੂੰ ਪਿੱਛੇ ਮੋੜਨਾ ਬਹੁਤ ਔਖੀ ਗੱਲ ਹੈ। ਹਾਂ, ਗੁਰੂ ਕਿਰਪਾ ਕਰੇ ਤਾਂ ਇਹ ਗੱਲ ਹੋ ਸਕਦੀ ਹੈ। ਹੁਣ ਗੋਰਖਨਾਥ ਨੇ ਜ਼ੋਰ ਤਾਂ ਬੜਾ ਲਾਇਆ, ਪਰ ਅਖੀਰ ਦੇ ਉੱਤੇ ਮਛਿੰਦਰ ਨਾਥ ਇਸ ਗੱਲ ਲਈ ਤਿਆਰ ਹੋਇਆ। ਉਹ ਕਹਿਣ ਲੱਗਾ, ਮੈਂ ਇੰਨੀ ਗੱਲ ਤੇਰੀ ਮੰਨਦਾ ਹਾਂ, ਚੱਲ ਮੈਂ ਵਾਪਸ ਇੱਕ ਵਾਰੀ ਚਲਿਆ ਜਾਣਾ ਹਾਂ, ਪਰ ਤੁਸੀਂ ਮੈਨੂੰ ਕੋਈ ਸਜ਼ਾ ਨਹੀਂ ਲਾਓਗੇ। ਉਹ ਕਹਿੰਦੇ ਚੱਲ ਠੀਕ ਹੈ। ਗੋਰਖਨਾਥ ਨੇ ਐਲਾਨ ਕੀਤਾ ਵੀ ਕੱਲ ਨੂੰ ਤੁਹਾਡੇ ਰਾਜੇ ਨੇ ਚੜ੍ਹਾਈ ਕਰ ਜਾਣੀ ਹੈ। ਲੋਕਾਂ ਨੂੰ ਤੇ ਕੁਝ ਨਹੀਂ ਸੀ ਪਤਾ ਵੀ ਕੀ ਹੋ ਰਿਹਾ ਹੈ। ਉਧਰੋਂ ਗੁਰੂ ਚੇਲੇ ਦੀ ਆਪਸ ਵਿੱਚ ਵਿਚਾਰ ਚਰਚਾ ਚੱਲ ਰਹੀ ਸੀ, ਔਰ ਦੂਸਰੇ ਦਿਨ ਮਛਿੰਦਰ ਨਾਥ ਨੇ ਆਪਣੇ ਰੂਹ ਨੂੰ ਰਾਜੇ ਦੀ ਦੇਹ ਵਿੱਚੋਂ ਬਾਹਰ ਕੱਢਿਆ ਤੇ ਆਪਣੇ ਸਰੀਰ ਵਿੱਚ ਪਹੁੰਚ ਗਿਆ, ਤੇ ਨਾਲ ਹੀ ਗੋਰਖਨਾਥ ਵੀ ਉੱਥੇ ਆ ਗਿਆ। ਜਿੰਨੇ ਵੀ ਯੋਗੀ ਸਨ, ਸਿੱਧ ਸਨ, ਉਹਨਾਂ ਸਾਰਿਆਂ ਨੇ ਰਲ ਕੇ ਮਛਿੰਦਰ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਕਿਸੇ ਦੇ ਸਮਝਾਇਆ ਕਦੋਂ ਇਹ ਸਮਝ ਗਏ। ਅਖੀਰ ਤੇ ਇਹਨਾਂ ਸਾਰਿਆਂ ਨੇ ਰਲ ਕੇ ਸੋਚਿਆ ਵੀ ਹੁਣ ਇਹ ਸਾਡੀ ਤੇ ਗੱਲ ਸੁਣਦਾ ਨਹੀਂ, ਸਾਡੀ ਤੇ ਗੱਲ ਮੰਨਦਾ ਨਹੀਂ, ਹੁਣ ਇਹਨੂੰ ਕਿੱਥੇ ਲੈ ਕੇ ਜਾਈਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਲੈ ਆਏ। ਜਾਹਰ ਪੀਰ ਜਗਤ ਗੁਰ ਬਾਬਾ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਲੈ ਆਂਦਾ, ਕਹਿਣ ਲੱਗੇ, ਮਹਾਰਾਜ ਇਹਨੂੰ ਉਪਦੇਸ਼ ਦਿਓ, ਇਹਦੇ ਮਨ ਨੂੰ ਸ਼ਾਂਤੀ ਆ ਜਾਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਵੇਲੇ ਉਪਦੇਸ਼ ਦਿੱਤਾ। ਜਿਹੜਾ ਉਪਦੇਸ਼ ਦਿੱਤਾ ਹੈ ਉਹ ਗੁਰਬਾਣੀ ਵਿੱਚ ਅੰਕਿਤ ਹੈ। ਸੁਣ ਮਾ ਸ਼ਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨਹੀਂ ਡੋਲੇ, ਐਸੀ ਜੋਗ ਜੁਗਤ ਕੋ ਪਾਲੇ, ਆਪ ਤਰੈ ਸਗਲੇ ਕੁਲ ਤਾਰੇ। ਸਤਿਗੁਰੂ ਨੇ ਮਛਿੰਦਰ ਨਾਥ ਨੂੰ ਖਾਸ ਕਰਕੇ ਇਹ ਉਪਦੇਸ਼ ਦਿੱਤਾ ਹੈ ਕਿ ਐ ਮਛਿੰਦਰ ਨਾਥ, ਜੇ ਤੂੰ ਯੋਗੀ ਬਣਿਆ ਸੀ ਤੇ ਤੈਨੂੰ ਆਪਣੀਆਂ 5 ਗਿਆਨ ਇੰਦਰੀਆਂ ਤੇ ਅਤੇ ਮਨ ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਜੇ ਤੂੰ ਇਹਨਾਂ ਦੇ ਕੰਟਰੋਲ ਨਹੀਂ ਰੱਖ ਸਕੇਗਾ, ਤੂੰ ਆਪਣੇ ਆਪ ਨੂੰ ਯੋਗੀ ਨਹੀਂ ਸਦਵਾ ਸਕਦਾ। ਇਹ ਕਹਿਣ ਲੱਗਾ, ਮਹਾਰਾਜ ਮੈਂ ਕਰਾਂ ਕੀ, ਮੇਰਾ ਮਨ ਬੇਕਾਬੂ ਹੋਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਯੋਗ ਸਾਧਨ ਤਾਂ ਕੀਤੇ ਨੇ, ਪਰ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਇਸੇ ਕਰਕੇ ਤੇਰਾ ਮਨ ਕਾਬੂ ਵਿੱਚ ਨਹੀਂ ਹੈ। ਤੁਸੀਂ ਯੋਗੀ ਲੋਕ ਯੋਗ ਸਾਧਨ ਤਾਂ ਕਰਦੇ ਹੋ, ਪਰ ਤੁਸੀਂ ਵਾਹਿਗੁਰੂ ਦੇ ਨਾਮ ਤੋਂ ਵਾਂਝੇ ਹੋ, ਇਸੇ ਲਈ ਤੁਹਾਡੇ ਉੱਤੇ ਕਲਯੁਗ ਪ੍ਰਭਾਵ ਪਾ ਜਾਂਦਾ ਹੈ। ਇਹ ਵਿਕਾਰ ਤੁਹਾਡੇ ਤੇ ਹਾਵੀ ਹੋ ਜਾਂਦੇ ਨੇ। ਫਿਰ ਇਹ ਕਹਿਣ ਲੱਗੇ, ਮਹਾਰਾਜ ਹੁਣ ਦੱਸੋ ਫਿਰ ਕੀ ਕੀਤਾ ਜਾਵੇ। ਸਤਿਗੁਰੂ ਕਹਿਣ ਲੱਗੇ, ਤੁਸੀਂ ਨਾਮ ਦੇ ਨਾਲ ਜੁੜੋ, ਨਾਮ ਦੇ ਨਾਲ ਹੀ ਸ਼ਾਂਤੀ ਮਿਲ ਸਕਦੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਗੁਰਬਾਣੀ ਦਾ ਸਿਧਾਂਤ ਹੈ, ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਜਿੰਨਾ ਚਿਰ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਲੈਂਦਾ, ਚਾਹੇ ਹੋਰ ਕਿੰਨੇ ਵੀ ਪਾਪੜ ਵੇਲਦਾ ਰਵੇ, ਪਰ ਉਹਦੇ ਮਨ ਨੂੰ ਸ਼ਾਂਤੀ ਨਹੀਂ ਆਵੇਗੀ। ਚਾਹੇ ਮਨੁੱਖ ਨੂੰ ਸਾਰੀ ਦੁਨੀਆ ਦੀ ਦੌਲਤ ਵੀ ਮਿਲ ਜਾਵੇ, ਸਾਰੀ ਦੁਨੀਆ ਦਾ ਰਾਜ ਭਾਗ ਵੀ ਮਿਲ ਜਾਵੇ, ਸਾਰੀ ਦੁਨੀਆ ਦੀ ਵਡਿਆਈ ਪ੍ਰਭਤਾ ਵੀ ਮਿਲ ਜਾਵੇ, ਪਰ ਮਨ ਨਹੀਂ ਸ਼ਾਂਤ ਹੋ ਸਕਦਾ। ਮਨ ਨੂੰ ਸ਼ਾਂਤ ਨਾਮ ਨੇ ਕਰਨਾ। ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ। ਦੁਨੀਆ ਤੇ ਅੱਗ ਹੈ, ਇਹਦੇ ਵਿੱਚ ਨਾਮ ਹੀ ਅੰਮ੍ਰਿਤ ਜਲ ਹੈ, ਜਿਹਦੇ ਨਾਲ ਸ਼ਾਂਤੀ ਆ ਸਕਦੀ ਹੈ। ਇਹ ਕਹਿਣ ਲੱਗੇ, ਮਹਾਰਾਜ ਫਿਰ ਕਿਰਪਾ ਕਰੋ, ਸਾਨੂੰ ਨਾਮ ਦੀ ਦਾਤ ਬਖਸ਼ੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਗੁਰੂ ਨਹੀਂ ਬਣੇ। ਕਹਿਣ ਲੱਗੇ, ਇਹ ਨਾਮ ਤੇ ਵਾਹਿਗੁਰੂ ਕੋਲ ਹੈ, ਅਸਲੀ ਗੁਰੂਆਂ ਦਾ ਗੁਰੂ ਵੀ ਉਹੀ ਹੈ। ਚਲੋ ਅਸੀਂ ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਦਿੰਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਇਹਨਾਂ ਸਾਰੇ ਸਿੱਧਾਂ ਨੂੰ, ਯੋਗੀਆਂ ਨੂੰ ਨਾਲ ਲੈ ਕੇ ਅਰਦਾਸ ਕੀਤੀ, ਜਿਹਦੇ ਅੱਖਰ ਸਿੱਧ ਗੋਸ਼ ਬਾਣੀ ਵਿੱਚ ਅੰਕਿਤ ਹਨ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੈ ਫੁਰਮਾਣੈ, ਮੰਗੈ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕੋ ਕੁਰਬਾਨਾ। ਹੈ ਵਾਹਿਗੁਰੂ ਜੀ, ਇਹ ਸਾਧਕ ਤੇ ਸਿੱਧ ਗੁਰੂ ਚੇਲੇ ਤਾਂ ਬਥੇਰੇ ਬਣੇ ਫਿਰਦੇ ਨੇ,
ਪਰ ਇਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਆਈ। ਕਿਰਪਾ ਕਰੋ ਹੁਣ ਇਹਨਾਂ ਦੀ ਝੋਲੀ ਵਿੱਚ ਨਾਮ ਦੀ ਖੈਰ ਪਾਓ। ਨਾਮ ਦੀ ਦਾਤ ਗੁਰੂ ਨਾਨਕ ਤੋਂ ਇਹਨਾਂ ਸਿੱਧਾਂ ਨੂੰ ਲੈਣੀ ਪਈ। ਇਸ ਲਈ ਜਿਹੜੇ ਯੋਗ ਦੇ ਪੁਜਾਰੀ ਸਨ, ਰਿੱਧੀਆਂ ਸਿੱਧੀਆਂ ਦੇ ਮਾਲਕ ਸਨ, ਉਹਨਾਂ ਨੂੰ ਵੀ ਗੁਰੂ ਨਾਨਕ ਦੇ ਦਰ ਤੇ ਆ ਕੇ ਹੀ ਸ਼ਾਂਤੀ ਮਿਲੀ। ਇਸ ਲਈ ਸਾਨੂੰ ਇਸ ਗੱਲ ਤੇ ਵਿਚਾਰ ਕਰਨੀ ਚਾਹੀਦੀ ਹੈ। ਅਸੀਂ ਐਵੇਂ ਸੁਣ ਕੇ ਲੋਕਾਂ ਦੇ ਮਗਰ ਪੈ ਜਾਂਦੇ ਹਾਂ, ਪਰ ਸਿਆਣੇ ਬੰਦਿਆਂ ਨੇ ਇਹ ਗੱਲ ਆਖੀ ਹੈ, ਜਾ ਕੀ ਭੇਡਾ ਚਾਲ ਚਲਤੇ ਕੇ ਪਾਛੇ ਚਲੇ, ਪਰਮਾਰਥ ਨਾ ਸੰਭਾਲ ਦੇਖੋ ਜਾ ਕੀ ਮੋੜਤਾ। ਦੁਨੀਆ ਦੀ ਐਸੀ ਭੇਡ ਚਾਲ ਹੈ, ਜਿਸ ਪਾਸੇ ਇੱਕ ਭੇਡ ਚੱਲਦੀ ਸਾਰੇ ਉਹਦੇ ਪਿੱਛੇ ਚੱਲ ਪੈਂਦੇ ਨੇ। ਇਸ ਲਈ ਸਾਨੂੰ ਇਹਨਾਂ ਗੱਲਾਂ ਤੋਂ ਖਬਰਦਾਰ ਰਹਿਣਾ ਚਾਹੀਦਾ। ਜਿਹੜਾ ਦੁਨੀਆ ਦਾ ਹੜ ਹੈ, ਇਸ ਤੋਂ ਬਚਣ ਦੇ ਲਈ ਗੁਰਸਿੱਖ ਨੇ ਸਤਿਗੁਰੂ ਦੀ ਓਟ ਲੈਣੀ ਹੈ, ਸ਼ਬਦ ਦੀ ਓਟ ਲੈਣੀ ਹੈ। ਇਸ ਤੋਂ ਬਿਨਾਂ ਹੋਰ ਸਾਨੂੰ ਕੋਈ ਨਹੀਂ ਇਹਨਾਂ ਚੀਜ਼ਾਂ ਤੋਂ ਬਚਾ ਸਕਦਾ। ਜਦੋਂ ਅਸੀਂ ਬਾਣੀ ਦੀ ਸ਼ਬਦ ਦੀ ਓਟ ਛੱਡ ਦਿੰਦੇ ਹਾਂ, ਫਿਰ ਸਾਡੇ ਉੱਤੇ ਹੋਰ ਚੀਜ਼ਾਂ ਆਪਣਾ ਅਸਰ ਪਾਉਣ ਲੱਗ ਜਾਂਦੀਆਂ ਨੇ। ਕਈ ਪੁੱਛਦੇ ਨੇ ਜੀ ਆ ਜਿਹੜੇ ਸਗਨ ਨੇ, ਅਪਸਗਨ ਨੇ, ਇਹਨਾਂ ਦੇ ਬਾਰੇ ਗੁਰਮਤਿ ਦਾ ਦ੍ਰਿਸ਼ਟੀਕੋਣ ਕੀ ਹੈ? ਗੁਰਮਤਿ ਦਾ ਦ੍ਰਿਸ਼ਟੀਕੋਣ ਹੈ, ਸਗਨ ਅਪਸਗਨ ਤਿਸ ਕੋ ਲਗੈ ਜਿਸ ਚੀਤ ਨਾ ਆਵੇ। ਜਿਹਨੂੰ ਰੱਬ ਚੇਤੇ ਨਹੀਂ ਆਉਂਦਾ, ਜਿਹਨੂੰ ਪਰਮੇਸ਼ਰ ਭੁੱਲਿਆ ਹੋਇਆ ਹੈ, ਤੇ ਉਹਨੂੰ ਇਹ ਜਿਹੜੇ ਸਗਨ ਤੇ ਅਪਸਗਨ ਉਹਦੇ ਉੱਤੇ ਅਸਰ ਪਾ ਜਾਂਦੇ ਨੇ। ਜਿਹੜਾ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜਿਆ ਹੋਇਆ, ਉਹਨੂੰ ਕਿਸੇ ਚੀਜ਼ ਦਾ ਡਰ ਪੈ ਨਹੀਂ ਰਹਿੰਦਾ। ਵਾਹਿਗੁਰੂ ਦੇ ਸਿਮਰਨ ਦੇ ਨਾਲ ਸਾਰੇ ਸੁੱਖ ਉਸ ਨੂੰ ਪ੍ਰਾਪਤ ਹੋ ਜਾਂਦੇ ਨੇ। ਤੇ ਫਿਰ ਮਹਾਰਾਜ ਆ ਜਿਹੜੇ ਸੰਸਾਰ ਦੇ ਰੋਗ ਸੋਗ ਨੇ, ਇਹ ਕਿਉਂ ਚੁੰਬੜਦੇ ਨੇ? ਹਜ਼ੂਰ ਕਹਿੰਦੇ ਨੇ, ਜਦੋਂ ਮਨੁੱਖ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਮਨੁੱਖ ਵਾਹਿਗੁਰੂ ਨੂੰ ਭੁੱਲ ਜਾਵੇ ਤੇ ਫਿਰ ਸਾਰੇ ਰੋਗ ਸੋਗ ਆ ਕੇ ਘੇਰਦੇ ਨੇ। ਤੇ ਹੁਣ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਇਹ ਤਾਕਤ ਹੈ। ਵਾਹਿਗੁਰੂ ਦਾ ਨਾਮ ਇੱਕ ਐਸੀ ਦਾਰੂ ਹੈ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਜਿਹਦੇ ਨਾਲ ਸਾਰੇ ਦੁੱਖ ਨਾਸ ਹੁੰਦੇ ਨੇ। ਸਭ ਤੋਂ ਵੱਡਾ ਦੁੱਖ ਜਨਮ ਤੇ ਮਰਨ ਦਾ ਹੈ, ਇਹ ਵੀ ਵਾਹਿਗੁਰੂ ਦੇ ਨਾਮ ਦੁਆਰਾ ਹੀ ਨਾਸ ਹੁੰਦਾ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਧਾਂ ਨੂੰ ਨਾਮ ਦੀ ਮਹਿਮਾ ਸਮਝਾਈ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ ਮਦ ਪਾਰਮ ਭੁੱਲੋ ਭੁੱਲੋ। ਹੁਣ ਇਹਨਾਂ ਸਿੱਧਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਸਵਾਲ ਕੀਤਾ। ਕਹਿਣ ਲੱਗੇ, ਸੱਚੇ ਪਾਤਸ਼ਾਹ, ਹੁਣ ਸਾਨੂੰ ਇਸ ਗੱਲ ਦਾ ਤੇ ਪਤਾ ਲੱਗ ਗਿਆ ਬਈ ਵਾਹਿਗੁਰੂ ਦੇ ਨਾਮ ਦੁਆਰਾ ਹੀ ਮਨ ਨੂੰ ਸ਼ਾਂਤੀ ਆ ਸਕਦੀ ਹੈ, ਤੇ ਨਾਮ ਦੁਆਰਾ ਹੀ ਮੁਕਤੀ ਪ੍ਰਾਪਤ ਹੋ ਸਕਦੀ ਹੈ, ਤੇ ਨਾਮ ਦੁਆਰਾ ਹੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਪਰ ਮਹਾਰਾਜ ਹੁਣ ਕਿਰਪਾ ਕਰਕੇ ਸਾਨੂੰ ਇਹ ਤਾਂ ਦੱਸੋ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਸਾਨੂੰ ਨਾਮ ਕਿੰਨਾ ਕੁ ਜਪਣਾ ਚਾਹੀਦਾ ਹੈ? ਕਿਉਂਕਿ ਕਈ ਪ੍ਰੇਮੀ ਇਹ ਵੀ ਸਵਾਲ ਅਕਸਰ ਪੁੱਛ ਲੈਂਦੇ ਨੇ, ਅਸੀਂ ਜੀ ਕਿੰਨਾ ਪਾਠ ਕਰੀਏ, ਕਿੰਨਾ ਸਿਮਰਨ ਕਰੀਏ, ਪਰ ਹਜ਼ੂਰ ਇਹਦੇ ਬਾਰੇ ਸਾਨੂੰ ਕੀ ਕਹਿੰਦੇ ਨੇ? ਸਤਿਗੁਰੂ ਤਾਂ ਕਹਿੰਦੇ ਨੇ ਬਈ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰੀ ਜਾਓ, ਕਦੀ ਵੀ ਨਾ ਭੁੱਲੋ। ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਪਰ ਹੁਣ ਜੇ ਸਵਾਸ ਗਰਾਸ ਨਹੀਂ ਅਸੀਂ ਸਿਮਰਨ ਕਰ ਸਕਦੇ, ਜਿੰਨਾ ਸਮਾਂ ਹੋ ਸਕਦਾ ਉਨਾ ਚਿਰ ਕਰਨਾ ਚਾਹੀਦਾ ਹੈ। ਤੇ ਪਹਿਲਾਂ ਸਿਮਰਨ ਸ਼ੁਰੂ ਕਿਵੇਂ ਕਰਨਾ ਹੈ? ਪਹਿਲਾਂ ਸਿਮਰਨ ਸ਼ੁਰੂ ਹੁੰਦਾ ਰਸਨਾ ਤੋਂ, ਤੇ ਰਸਨਾ ਤੋਂ ਵਾਹਿਗੁਰੂ ਦਾ ਨਾਮ ਜਪੋ। ਤੇ ਜਦੋਂ ਰਸਨਾ ਤੋਂ ਨਾਮ ਜਪਦਿਆਂ ਫਿਰ ਉਹ ਨਾਮ ਮੱਧਮਾ ਬਾਣੀ ਦੇ ਵਿੱਚ ਚਲਿਆ ਜਾਵੇਗਾ, ਕੰਠ ਵਿੱਚ ਚਲਿਆ ਜਾਵੇਗਾ। ਫਿਰ ਹੌਲੀ ਹੌਲੀ ਉਹ ਅੱਗੇ ਤੁਹਾਡੇ ਹਿਰਦੇ ਵਿੱਚ ਪਸੰਤੀ ਬਾਣੀ ਉੱਥੇ ਚਲਿਆ ਜਾਵੇਗਾ। ਫਿਰ ਅੱਗੇ ਪਰਾ ਬਾਣੀ ਦੇ ਵਿੱਚ ਪਹੁੰਚ ਜਾਂਦਾ ਹੈ। ਜਦੋਂ ਪਰਾ ਬਾਣੀ ਦੇ ਵਿੱਚ ਪਹੁੰਚ ਜਾਂਦਾ ਹੈ, ਫਿਰ ਸੁੱਤਿਆਂ ਵੀ ਜਾਗਦਿਆਂ ਵੀ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਚੱਲਦਾ ਰਹਿੰਦਾ। ਜਾਪ ਸੋ ਅਜੱਪਾ ਜਾਪੈ, ਜਿਸ ਨੂੰ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ। ਤੇ ਫਿਰ ਇਸ ਤੋਂ ਅੱਗੇ ਨਾਮ ਅਭਿਆਸੀ ਦੇ ਮਨ ਦੇ ਵਿੱਚ ਇੱਕ ਹੋਰ ਉਤਸ਼ਾਹ, ਇੱਕ ਹੋਰ ਤਾਂਘ ਪੈਦਾ ਹੁੰਦੀ ਹੈ ਬਈ ਮੈਂ ਇੱਕ ਰਸਨਾ ਤੋਂ ਤੇ ਵਾਹਿਗੁਰੂ ਦਾ ਨਾਮ ਜਪ ਨਹੀਂ ਸਕਦਾ, ਮੇਰੀ ਰਸਨਾ ਬਹੁਤ ਛੋਟੀ ਹੈ, ਮੈਂ ਇੱਕ ਰਸਨਾ ਤੋਂ ਕਿਵੇਂ ਵਾਹਿਗੁਰੂ ਦਾ ਨਾਮ ਜਪ ਸਕਦਾ ਹਾਂ? ਇਸ ਲਈ ਮੇਰੀ ਇੱਕ ਰਸਨਾ ਨਹੀਂ, ਬੇਅੰਤ ਰਸਨਾ ਹੋਣੀਆਂ ਚਾਹੀਦੀਆਂ ਨੇ।
ਫਿਰ ਉਹ ਇਸ ਸੰਬੰਧ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ। ਉਹ ਕਿਵੇਂ ਅਰਦਾਸ ਬੇਨਤੀ ਕਰਨੀ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਪਰਥਾਏ ਇਸ ਜਪਜੀ ਸਾਹਿਬ ਜੀ ਦੀ 32ਵੀਂ ਪੌੜੀ ਦੇ ਵਿੱਚ ਸਾਨੂੰ ਉਪਦੇਸ਼ ਦੇ ਰਹੇ ਹਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਦੂ ਜੀਬੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ ਕਿ ਇਹ ਸਿੱਧ ਲੋਕੋ, ਜਦੋਂ ਮਨੁੱਖ ਇੱਕ ਰਸਨਾ ਤੋਂ ਨਾਮ ਜਪਦਾ ਹੈ ਤੇ ਫਿਰ ਉਹਦੇ ਮਨ ਦੇ ਵਿੱਚ ਨਾਮ ਜਪਣ ਦੀ ਤਾਂਘ ਪੈਦਾ ਹੁੰਦੀ ਹੈ, ਕਾਗਾਂ ਉੱਠਦੀਆਂ ਨੇ। ਹਜ਼ੂਰ ਕਹਿੰਦੇ ਨੇ ਫਿਰ ਉਹ ਇਹ ਸੋਚਦਾ ਹੈ, ਇੱਕ ਦੂ ਜੀਬੋਂ ਲੱਖ ਹੋਏ, ਵੀ ਮੇਰੀ ਇੱਕ ਜ਼ੁਬਾਨ ਤੋਂ 1 ਲੱਖ ਜ਼ੁਬਾਨ ਹੋ ਜਾਵੇ। ਭਾਵ ਉਹ ਸੋਚਦਾ ਹੈ ਵੀ ਇੱਕ ਰਸਨਾ ਦੇ ਨਾਲ ਤੇ ਵਾਹਿਗੁਰੂ ਦਾ ਇੰਨਾ ਨਾਮ ਜਪਿਆ ਨਹੀਂ ਜਾ ਸਕਦਾ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਬਈ ਰੋਮ ਰੋਮ ਵਾਹਿਗੁਰੂ ਦਾ ਸਿਮਰਨ ਕਰੋ। ਹੁਣ ਇੱਕ ਰਸਨਾ ਤੋਂ ਕਿਵੇਂ ਨਾਮ ਜਪਿਆ ਜਾ ਸਕਦਾ? ਫਿਰ ਉਹ ਅਰਦਾਸ ਬੇਨਤੀ ਕਰਦਾ ਹੈ, ਵਾਹਿਗੁਰੂ ਜੀ ਇੱਕ ਦੂ ਜੀਬੋ, ਮੇਰੀ ਇੱਕ ਜ਼ੁਬਾਨ ਤੋਂ ਲੱਖ ਹੋ ਜਾਵੇ। ਤੇ ਫਿਰ ਜਦੋਂ ਲੱਖ ਹੋ ਜਾਂਦੀ ਹੈ ਕਹਿੰਦਾ ਇਹ ਵੀ ਥੋੜੀ ਹੈ, ਲੱਖ ਹੋਵੇ ਹੈ ਲੱਖ 20। ਫਿਰ ਕਹਿੰਦਾ 1 ਲੱਖ ਤੋਂ ਹੁਣ 20 ਲੱਖ ਹੋ ਜਾਣ। ਭਾਵ ਜਿਵੇਂ ਜਿਵੇਂ ਮਨੁੱਖ ਵਧੇਰੇ ਨਾਮ ਜਪਦਾ ਹੈ, ਇਹਨੂੰ ਉਹਦੇ ਵਿੱਚੋਂ ਸਵਾਦ ਆਉਂਦਾ ਹੈ, ਰਸ ਆਉਂਦਾ ਹੈ, ਆਨੰਦ ਆਉਂਦਾ ਹੈ ਤੇ ਫਿਰ ਹੋਰ ਜਪਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਇਹਦੇ ਮਨ ਦੇ ਵਿੱਚ ਇਹ ਤਾਂਘ ਪੈਦਾ ਹੁੰਦੀ ਹੈ ਵੀ ਮੈਂ ਬਹੁਤਾ ਨਾਮ ਜਪਾਂ, ਮੇਰੀ ਇੱਕ ਜ਼ੁਬਾਨ ਤੋਂ ਲੱਖ ਹੋ ਜਾਵੇ ਤੇ ਲੱਖ ਤੋਂ ਅੱਗੇ 20 ਲੱਖ ਹੋ ਜਾਣ ਤੇ ਫਿਰ ਮੈਂ 20 ਲੱਖ ਜ਼ੁਬਾਨਾਂ ਦੇ ਨਾਲ ਵਾਹਿਗੁਰੂ ਦਾ ਨਾਮ ਜਪਾਂ। ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਜਦੋਂ 20 ਲੱਖ ਜ਼ੁਬਾਨਾਂ ਮਿਲ ਜਾਣ ਤੇ ਫਿਰ ਉਹਦੇ ਨਾਲ ਕਰਨਾ ਕੀ ਹੈ? ਹਜ਼ੂਰ ਕਹਿੰਦੇ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਉਸ ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਨਾਮ ਹੀ ਜਪਣਾ ਹੈ। 20 ਲੱਖ ਜ਼ੁਬਾਨਾਂ ਦੇ ਨਾਲ ਲੱਖ ਲੱਖ ਗੇੜਾ ਆਖੀਏ, ਵੀ ਇੱਕ ਇੱਕ ਵਾਰੀ ਲੱਖ ਲੱਖ ਇਕੱਠਾ ਹੀ ਵਾਹਿਗੁਰੂ ਦਾ ਨਾਮ ਉਚਾਰਨ ਕੀਤਾ ਜਾਵੇ। ਇਹ ਉਸ ਦੇ ਮਨ ਦੇ ਵਿੱਚ ਤੜਪ ਪੈਦਾ ਹੁੰਦੀ ਹੈ ਵੀ ਹੁਣ ਇੱਕ ਜ਼ੁਬਾਨ ਤੋਂ ਲੱਖ, ਲੱਖ ਤੋਂ 20 ਲੱਖ ਜਦੋਂ ਹੋ ਜਾਣ ਤੇ ਫਿਰ ਇੱਕ ਇੱਕ ਜ਼ੁਬਾਨ ਦੇ ਨਾਲ ਵੀ ਇੱਕ ਇੱਕ ਗੇੜੇ ਦੇ ਨਾਲ, ਇੱਕ ਇੱਕ ਚੱਕਰ ਦੇ ਨਾਲ ਲੱਖ ਲੱਖ ਵਾਰੀ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰੀਏ। ਬਹੁਤ ਸਾਰੇ ਇਹੋ ਜਿਹੇ ਵੀ ਪ੍ਰੇਮੀ ਹਨ ਬਈ ਜਿਹੜੇ ਕਈ ਵਾਰੀ ਸਵਾ ਲੱਖ ਮੂਲ ਮੰਤਰ ਦਾ ਜਾਪ ਕਰਦੇ ਹਨ। ਕਈ ਪ੍ਰੇਮੀ ਨੇ ਔਰ ਇਸ ਤੋਂ ਵੀ ਵਧੇਕ 5-5 ਲੱਖ ਵੀ ਮੂਲ ਮੰਤਰ ਦਾ ਸਿਮਰਨ ਕਰਦੇ ਹਨ। ਪਰ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹ 36 ਲੱਖ ਵਾਰ ਵੀ ਮੂਲ ਮੰਤਰ ਦਾ ਸਿਮਰਨ ਕਰਦੇ ਨੇ। ਜਿਵੇਂ ਜਿਵੇਂ ਨਾਮ ਜਪਦੇ ਹਾਂ, ਸਤਿਗੁਰੂ ਦੇ ਬਚਨ ਹੈ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਹੈ ਦੁਖ। ਜਿਵੇਂ ਜਿਵੇਂ ਨਾਮ ਦੀ ਭੁੱਖ ਲੱਗਦੀ ਹੈ ਤੇ ਮਨੁੱਖ ਵਧੇਰੇ ਨਾਮ ਦੀ ਆਤਮਿਕ ਖੁਰਾਕ ਖਾਂਦਾ ਹੈ, ਉਹਦੇ ਨਾਲ ਸਾਰੇ ਦੁੱਖ ਉਸ ਦੇ ਨਾਸ ਹੁੰਦੇ ਜਾਂਦੇ ਨੇ। ਇਸੇ ਲਈ ਮਹਾਂਪੁਰਖ ਹਰ ਵੇਲੇ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਜੁੜੇ ਰਹਿੰਦੇ ਨੇ। ਇੱਕ ਪਿਰਥੂ ਰਾਜਾ ਹੋਇਆ ਔਰ ਉਸ ਨੇ ਕਹਿੰਦੇ ਨੇ ਵਾਹਿਗੁਰੂ ਦੀ ਭਗਤੀ ਕੀਤੀ। ਭਗਤੀ ਕਰਦਿਆਂ ਕਰਦਿਆਂ ਉਹਨੂੰ ਐਸਾ ਰਸ ਆਇਆ, ਐਸਾ ਆਨੰਦ ਆਇਆ, ਕਹਿੰਦੇ ਨੇ ਇੱਕ ਵਾਰੀ ਅਕਾਲ ਪੁਰਖ ਵਾਹਿਗੁਰੂ ਨੇ ਦਰਸ਼ਨ ਵੀ ਦਿੱਤੇ। ਪਿਰਥੂ ਰਾਜੇ ਨੂੰ ਆਖਿਆ ਵੀ ਤੂੰ ਮੰਗ ਜੋ ਮੰਗਣਾ ਹੈ। ਪਿਰਥੂ ਰਾਜੇ ਨੇ ਇਹ ਗੱਲ ਆਖੀ, ਮਹਾਰਾਜ ਮੈਨੂੰ 20 ਲੱਖ ਜ਼ੁਬਾਨ ਦੇ ਦਿਓ, ਮੈਂ 20 ਲੱਖ ਜ਼ੁਬਾਨ ਦੇ ਨਾਲ ਤੁਹਾਡਾ ਨਾਮ ਜਪਾਂ। ਤੇ ਵਾਹਿਗੁਰੂ ਨੇ 20 ਲੱਖ ਹੀ ਇਸ ਦੀ ਜ਼ੁਬਾਨ ਕਰ ਦਿੱਤੀ। ਇਹਦਾ ਮਤਲਬ ਇਹ ਹੈ ਵੀ ਰੋਮ ਰੋਮ ਹੀ ਰਸਨਾ ਬਣ ਕੇ ਨਾਮ ਜਪਣ ਲੱਗ ਪਿਆ। ਜਦੋਂ ਹੁਣ ਇਹ ਗੁਰਮੁਖ ਰੋਮ ਰੋਮ ਹਰ ਧਿਆਵੈ ਦੀ ਅਵਸਥਾ ਇਸ ਨੂੰ ਪ੍ਰਾਪਤ ਹੋ ਗਈ,
ਫਿਰ ਇਹ ਕਹਿਣ ਲੱਗਾ, ਮਹਾਰਾਜ ਹੁਣ ਹੋਰ ਅੱਗੇ ਕਰੋੜਾਂ ਮੈਨੂੰ ਜ਼ੁਬਾਨਾਂ ਦੇ ਦਿਓ, ਕਿਉਂਕਿ ਨਾਮ ਜਪਣ ਦੀ ਹੋਰ ਭੁੱਖ ਲੱਗਦੀ ਹੈ। ਪਰ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਖਿਆ, ਹੁਣ ਤੇਰੀ ਭਗਤੀ ਸੰਪੂਰਨ ਹੋ ਗਈ ਹੈ, ਹੁਣ ਤੂੰ ਵੱਖਰਾ ਨਹੀਂ ਰਹਿ ਸਕਦਾ, ਹੁਣ ਤੈਨੂੰ ਮੈਂ ਆਪਣੇ ਵਿੱਚ ਹੀ ਅਭੇਦ ਕਰਦਾ ਹਾਂ। ਇਸ ਢੰਗ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੇ ਪਿਰਥੂ ਰਾਜੇ ਨੂੰ ਆਪਣੇ ਨਾਲ ਹੀ ਅਭੇਦ ਕੀਤਾ। ਜਿਹੜੇ ਹਰ ਵੇਲੇ ਰੋਮ ਰੋਮ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਆਖਰ ਵਾਹਿਗੁਰੂ ਪਰਮੇਸ਼ਰ ਫਿਰ ਉਹਨਾਂ ਨੂੰ ਆਪਣੇ ਨਾਲ ਹੀ ਅਭੇਦ ਕਰ ਲੈਂਦਾ ਹੈ।